ਧੰਨ ਵਾਹਿਗੁਰੂ ਜੀਓ। ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ। हम नहीं होते तुम नहीं होते, कवन कहाँ ते आया। राम कोई न किस ही केरा, जैसे तरवर पंख बसेरा। रहाओ चांद न होता सूर न होता, पानी पवन मिलाया। शास्त्र न होता वेद न होता, कर्म कहाँ ते आया। खेचर भूचर तुलसी माला, गुर प्रसादी पाया। नामा प्रणवै परम तत् है, सतगुर होए लखाया। वाहिगुरु जी का खालसा, वाहिगुरु जी की फतह। गरीब नवाज सतगुरु ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਹਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਦੀ ਪਾਵਨ ਬਾਣੀ ਨਾਲ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਾਂਝ ਬਣਾ ਕੇ ਆਪਾਂ ਸਾਰੇ ਹੀ ਹਜ਼ੂਰ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਇਸ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਹਾਂ। ਭਗਤ ਜੀ ਦੇ 18 ਰਾਗਾਂ ਵਿੱਚ ਕੁੱਲ 61 ਸ਼ਬਦ ਵੱਖ-ਵੱਖ ਥਾਈਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਹਨ, ਦਰਜ ਹਨ। ਸੋ ਹੁਣੇ ਹੀ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 973 ਉੱਪਰ ਰਾਮਕਲੀ ਰਾਗ ਦੇ ਵਿੱਚ ਇਹ ਤੀਸਰਾ ਸ਼ਬਦ ਹੈ। ਇਸ ਰਾਗ ਦੇ ਵਿੱਚ ਕੁੱਲ 4 ਸ਼ਬਦ ਭਗਤ ਨਾਮਦੇਵ ਸਾਹਿਬ ਜੀ ਦੇ ਸੁਭਾਏਮਾਨ ਹਨ। ਸ਼ਬਦ ਦਾ ਰਹਾਉ ਵਾਲਾ ਬੰਦ ਹੈ, ਰਾਮ ਕੋਏ ਨਾ ਕਿਸ ਹੀ ਕੇਰਾ। हे ਸਰਵ ਵਿਆਪਕ ਪਰਮੇਸ਼ਰ ਜੀਓ, ਕੋਈ ਵੀ ਕਿਸੇ ਦਾ ਤੁਹਾਡੇ ਤੋਂ ਬਿਨਾਂ ਮਦਦਗਾਰ ਨਹੀਂ ਹੈ। ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਵਿੱਚ ਬੀਠਲ ਸ਼ਬਦ, ਰਾਮ ਅਤੇ ਰਮਈਆ ਸ਼ਬਦ ਬਹੁਤਾਤ ਵਿੱਚ ਸਾਨੂੰ ਪੜ੍ਹਨ ਵਾਸਤੇ ਮਿਲਦਾ ਹੈ। ਕੁਝ ਸ਼ਬਦ ਹੁੰਦੇ ਹਨ ਜਿਹੜੇ ਆਮ ਸਮਾਜਿਕ ਬਣੀ ਹੋਈ ਧਾਰਨਾ ਵਿੱਚ ਕਿਸੇ ਖਾਸ ਚੀਜ਼ ਲਈ ਵਰਤੇ ਜਾਂਦੇ ਨੇ। ਜਿਵੇਂ ਰਾਮ ਸ਼ਬਦ ਭਾਰਤੀ ਪਰੰਪਰਾ ਵਿੱਚ ਰਾਮਾਇਣ ਦੇ ਨਾਇਕ
ਅਯੁੱਧਿਆਪਤੀ ਦਸ਼ਰਥ ਨੰਦਨ, ਜਿਸ ਨੇ ਰਾਵਣ ਨੂੰ ਜਿੱਤਿਆ ਔਰ ਉਸ ਤੇ ਫਤਿਹ ਹਾਸਲ ਕੀਤੀ, ਉਸ ਨਾਇਕ ਅਵਤਾਰ ਲਈ ਵੀ ਰਾਮ ਸ਼ਬਦ ਵਰਤਿਆ ਜਾਂਦਾ ਹੈ। ਬੀਠਲ ਸ਼ਬਦ ਜਿਹੜਾ ਹੈ ਉਹ ਇੱਕ ਮੂਰਤੀ ਦਾ ਹੈ। ਦੱਖਣੀ ਭਾਰਤ ਵਿੱਚ, ਮਹਾਰਾਸ਼ਟਰ ਦੇ ਵਿੱਚ ਬੀਠਲ ਸ਼ਬਦ ਜਿਹੜਾ ਹੈ, ਬਿੱਠਲ ਸ਼ਬਦ ਕਰਕੇ ਉਸ ਨੂੰ ਉਹ ਬੋਲਦੇ ਨੇ। ਪਰ ਭਗਤ ਜੀ ਨੇ ਜਦੋਂ ਇਹਨਾਂ ਸ਼ਬਦਾਂ ਨੂੰ ਵਰਤਿਆ ਤੇ ਭਾਵ ਦੇ ਰੂਪ ਵਿੱਚ ਵਰਤਿਆ। ਇਸ ਪੱਖ ਨੂੰ ਅਸੀਂ ਸਮਝਣਾ ਹੈ। ਭਗਤ ਨਾਮਦੇਵ ਸਾਹਿਬ ਜੀ ਨਾ ਤਾਂ ਬਿੱਠਲ ਰੂਪ ਕਿਸੇ ਮੂਰਤੀ ਦੇ ਪੂਜਕ ਸਨ ਤੇ ਨਾ ਹੀ ਉਹ ਅਵਤਾਰਵਾਦ ਵਿੱਚ ਯਕੀਨ ਔਰ ਭਰੋਸਾ ਕਰਦੇ ਸਨ। ਭਗਤ ਨਾਮਦੇਵ ਸਾਹਿਬ ਜੀ ਨਿਰਗੁਣ ਸਰੂਪ ਵਿੱਚ ਸਰਵ ਵਿਆਪਕ ਪਰਮੇਸ਼ਰ, ਜੋ ਸਿਰਜਣਹਾਰ ਹੈ, ਜੋ ਪਾਲਕ ਔਰ ਘਾਲਕ ਹੈ, ਜੋ ਸਭਨਾ ਵਿੱਚ ਵਿਆਪਕ ਹੈ, ਐਸੇ ਪ੍ਰਭੂ ਦਾ ਚਿੰਤਨ ਕਰਨ ਵਾਲੇ ਸਨ। ਔਰ ਉਹ ਮੰਨਦੇ ਨੇ ਆਪਣੀ ਬਾਣੀ ਵਿੱਚ ਵੀ ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਤਨੰਤਰ ਨਾਮਾ ਪ੍ਰਣਵੈ, ਪੂਰ ਰਹਿਓ ਤੂੰ ਸਰਬ ਮਹੀ, ਸਭਨਾ ਵਿੱਚ। ਤੋ ਉਹਨਾਂ ਨੇ ਬਾਣੀ ਦੇ ਵਿੱਚ ਪ੍ਰਤੱਖ ਰੂਪ ਵਿੱਚ ਜਿਸ ਨੂੰ ਉਹ ਰਾਮ ਕਹਿੰਦੇ ਹਨ, ਜਿਸ ਨੂੰ ਉਹ ਬੀਠਲ ਆਖਦੇ ਹਨ, ਉਸ ਦੀ ਤਫਸੀਲ ਨਾਲ ਵਿਆਖਿਆ ਕੀਤੀ ਹੈ। ਉਸ ਨੂੰ ਬੜੇ ਖੁੱਲ੍ਹੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਐਕਸਪਲੇਨ ਕੀਤਾ ਹੈ ਵੀ ਇੱਥੇ ਰਾਮ ਤੋਂ ਕੀ ਭਾਵ ਹੈ, ਬੀਠਲ ਤੋਂ ਕੀ ਭਾਵ ਹੈ। ਜੋ ਕਿਤੋਂ ਆਉਂਦਾ ਨਹੀਂ, ਕੁਜਾ ਆਮਦ, ਕੁਜਾ ਰਫਤੀ, ਜੋ ਜਾਂਦਾ ਨਹੀਂ, ਭਾਵ ਜੋ ਜੰਮਦਾ ਮਰਦਾ ਨਹੀਂ, ਕੁਜਾ ਮੇਰ ਵੀ, ਜਿਸ ਉੱਤੇ ਸਮੇਂ ਦਾ ਪ੍ਰਭਾਵ ਨਹੀਂ, ਜੋ ਚੇਂਜ ਨਹੀਂ ਹੁੰਦਾ, ਬਦਲਦਾ ਨਹੀਂ। ਬਹੁਤ ਉਦਾਹਰਨਾਂ ਆਪਾਂ ਪਿਛਲੇ ਸ਼ਬਦਾਂ 'ਚ ਵਿਚਾਰੀਆਂ ਨੇ। ਤੋ ਉਹਨਾਂ ਨੇ ਇਹਨਾਂ ਸ਼ਬਦਾਂ ਦਾ ਭਾਵ ਵੀ ਬਿਆਨ ਕੀਤਾ। ਤੋ ਇਹ ਸ਼ਬਦ ਜਿਹੜੇ ਹਨ ਉਹਨਾਂ ਨੇ ਸਰਵ ਵਿਆਪਕ ਅਕਾਲ ਪੁਰਖ, ਨਿਰਗੁਣ ਸਰੂਪ, ਕਰਤਾ ਪੁਰਖ ਲਈ ਵਰਤੇ ਹਨ। ਇਹ ਅਸੀਂ ਬਾਰ-ਬਾਰ ਇਸ ਕਰਕੇ ਜ਼ਿਕਰ ਕਰਦੇ ਹਾਂ, ਭਗਤ ਜੀ ਦੀ ਬਾਣੀ ਦੇ ਸ਼ਬਦਾਂ ਦੀ ਵਿਚਾਰ ਕਰਦੇ ਹਾਂ ਵੀ ਕਿਤੇ ਟਪੜਾ ਜਾਂ ਭੁਲੇਖਾ ਸਾਨੂੰ ਨਾ ਲੱਗੇ। ਕਿਉਂਕਿ ਐਸੇ ਕਈ ਲੋਕ ਹਨ ਜਿਹੜੇ ਕੇਵਲ ਇੱਕ ਅੱਧ ਲਫ਼ਜ਼ ਨੂੰ ਲੈ ਕੇ ਜਾਂ ਇੱਕ ਅੱਧ ਪੰਕਤੀ ਨੂੰ ਲੈ ਕੇ ਆਪਣੀ ਮਨ ਮਰਜ਼ੀ ਦੇ ਨਾਲ ਬਿਨਾਂ ਸਮੁੱਚੀ ਰਚਨਾ ਨੂੰ ਵਿਚਾਰਿਆ, ਬਿਨਾਂ ਭਗਤ ਜੀ ਦੀ ਸਮੁੱਚੀ ਬਾਣੀ ਨੂੰ ਵਿਚਾਰਿਆ, ਉਹ ਕੇਵਲ ਉਦਾਹਰਨਾਂ ਨੂੰ ਸਿਧਾਂਤ ਬਣਾ ਕੇ ਪੇਸ਼ ਕਰ। ਉਦਾਹਰਣ ਹੁੰਦੀ ਹੈ ਕਿਸੇ ਪੱਖ ਨੂੰ ਸਿੱਧ ਕਰਨ ਵਾਸਤੇ। ਜਿਵੇਂ ਆਪਾਂ ਗੱਲ ਕਰਦੇ ਹਾਂ, ਫੋਰ ਐਗਜ਼ਾਮਪਲ, ਆਹ ਗੱਲ ਇਵੇਂ ਹੋਈ, ਉਹ ਜਿਹੜੀ ਉਦਾਹਰਣ ਹੈ ਉਹ ਕੇਵਲ ਸਮਝਾਉਣ ਲਈ ਹੈ। ਉਦਾਹਰਣ ਸਿਧਾਂਤ ਨਹੀਂ ਹੈ। ਸਿਧਾਂਤ ਪ੍ਰਗਟ ਕੀਤਾ ਜਾਂਦਾ ਹੈ ਪ੍ਰਤੀਕ, ਉਦਾਹਰਣ, ਬਿੰਬ, ਇਹ ਸਾਰੀਆਂ ਚੀਜ਼ਾਂ ਨੂੰ ਵਰਤ ਕੇ। ਤੇ ਇਹ ਸਾਰਾ ਕੁਝ ਮਟੀਰੀਅਲ ਰੂਪ ਵਿੱਚ ਹੁੰਦਾ ਹੈ, ਜਿਸ ਰਾਹੀਂ ਕੋਈ ਚੀਜ਼ ਬਿਆਨ ਕੀਤੀ ਜਾਣੀ ਹੈ, ਸਮਝਾਈ ਜਾਣੀ ਹੈ। ਤੋ ਭਗਤ ਜੀ ਇੱਥੇ ਸਰਵ ਵਿਆਪਕ ਪਰਮੇਸ਼ਰ ਨੂੰ ਆਖਦੇ ਨੇ ਰਾਮ, ਹੇ ਪ੍ਰਭੂ ਜੀ, ਹੇ ਰਮੇ ਹੋਏ ਮਾਲਕ ਜੀ, ਕੋਈ ਨਾ ਕਿਸੇ ਹੀ ਕੇਰਾ, ਤੁਹਾਡੇ ਤੋਂ ਬਿਨਾਂ ਹੋਰ ਕੋਈ ਕਿਸੇ ਦਾ ਮਦਦਗਾਰ ਨਹੀਂ ਹੈ। ਕਿਸ ਪੱਖ ਵਿੱਚ ਇਹ ਗੱਲ ਕਹੀ ਹੈ ਮਦਦਗਾਰ ਨਹੀਂ? ਕਿਉਂਕਿ ਹਰ ਚੀਜ਼ ਦਾ ਕੰਟੈਕਸਟ, ਇੱਕ ਸੰਦਰਭ ਹੁੰਦਾ ਹੈ ਨਾ। ਤਾਂ ਉੱਥੇ ਭਾਵ ਕੀ ਹੈ ਵੀ ਤੁਹਾਡੇ ਤੋਂ ਬਿਨਾਂ ਕੋਈ ਮਦਦਗਾਰ ਕਿਉਂ ਨਹੀਂ ਹੈ ਕਿਸੇ ਦਾ, ਤੇ ਕਿਸ ਪੱਖ ਵਿੱਚ ਮਦਦਗਾਰ ਨਹੀਂ ਹੈ। ਵੈਸੇ ਤੇ ਉਹ ਵਾਹਿਗੁਰੂ ਸਰਵਪੱਖੀ ਹੈ, ਪਰ ਕਿਉਂਕਿ ਇੱਕ ਖਾਸ ਕੰਟੈਕਸਟ, ਸੰਦਰਭ 'ਚ ਗੱਲ ਚੱਲ ਰਹੀ ਹੈ, ਉਸ ਨੂੰ ਬਿਆਨ ਕੀਤਾ। ਉਹ ਕੀ ਹੈ? ਸ਼ਬਦ ਨੂੰ ਸਮੁੱਚੇ ਰੂਪ ਵਿੱਚ ਪੜ੍ਹਨ ਉੱਤੇ ਇੱਕ ਖਿਆਲ ਪ੍ਰਗਟ ਹੁੰਦਾ ਹੈ ਵੀ ਭਗਤ ਜੀ ਇੱਕ ਖਾਸ ਸੰਦਰਭ ਵਿੱਚ ਗੱਲ ਕਰਦਿਆਂ ਕਹਿੰਦੇ ਨੇ, ਇੱਕ ਪ੍ਰਚਲਿਤ ਜੋ ਆਲੇ ਦੁਆਲੇ ਸਮਾਜ ਵਿੱਚ ਇੱਕ ਧਾਰਨਾ ਸੀ, ਖਾਸ ਤੌਰ ਤੇ ਮਜ਼ਹਬੀ, ਕਰਮਕਾਂਡੀ ਔਰ ਧਾਰਮਿਕ ਦਾਇਰੇ ਦੇ ਵਿੱਚ। ਉਹ ਕੀ ਸੀ ਵੀ ਮਨੁੱਖ ਆਪਣੇ ਕੀਤੇ ਕਰਮਾਂ ਕਰਕੇ ਮਨੁੱਖਾ ਜੂਨ ਵਿੱਚ ਆਇਆ ਹੈ, ਇਹਨੂੰ ਮਨੁੱਖਾ ਸਰੀਰ ਮਿਲਿਆ, ਇਹ ਜੀਵਨ, ਇਹ ਲਾਈਫ ਪ੍ਰਾਪਤ ਹੋਈ ਹੈ। ਤੇ ਮਨੁੱਖ ਆਪਣੇ ਕੀਤੇ ਹੋਏ ਪੁਰਾਣੇ ਕਰਮਾਂ ਦੇ ਬੰਧਨ ਤੋਂ ਤਾਂ ਛੁੱਟ ਸਕਦਾ ਹੈ ਜੇ ਉਹ ਕੁਝ ਮਿੱਥੇ ਹੋਏ ਕਰਮ ਕਰੇ। ਉਹ ਮਿੱਥੇ ਹੋਏ ਕਰਮ ਕੀ ਹਨ? ਤੀਰਥਾਂ ਦਾ ਇਸ਼ਨਾਨ ਕਰੇ, ਪਾਪ ਉਤਰਨਗੇ।
ਪ੍ਰਾਣਾਯਾਮ ਅਭਿਆਸ ਕਰੇ, ਮਨੁੱਖ ਦੇ ਕਰਮਾਂ ਦਾ ਬੰਧਨ ਟੁੱਟੇਗਾ। ਜਾਂ ਫਿਰ ਮਨੁੱਖ ਤੁਲਸੀ ਆਦਿਕ ਦੀ ਮਾਲਾ ਜਾਂ ਹੋਰ ਜਿਹੜੇ ਅਜਿਹੇ ਕਰਮ ਕਾਂਡ ਨੇ, ਜਿਨ੍ਹਾਂ ਕਰਮ ਕਾਂਡਾਂ ਦੀ ਮਹੱਤਤਾ ਇਹ ਬਿਆਨ ਕੀਤੀ ਗਈ ਵੀ ਇਸ ਨਾਲ ਜਿਹੜੇ ਕਰਮਾਂ ਦਾ ਬੱਝਾ ਹੋਇਆ ਬੰਦਾ ਮਨੁੱਖਾ ਦੇਹੀ ਵਿੱਚ ਆਇਆ, ਉਹਨਾਂ ਕਰਮਾਂ ਦਾ ਬੰਧਨ ਟੁੱਟ ਜਾਏਗਾ ਤੇ ਮਨੁੱਖ ਅੱਗੇ ਤੋਂ ਮੁਕਤ ਹੋ ਜਾਏਗਾ। ਉਸ ਨੂੰ ਬਿਆਨ ਕੀਤਾ ਹੈ ਭਗਤ ਜੀ ਨੇ। ਕਹਿੰਦੇ ਹਨ, ਕੋਈ ਤੁਲਸੀ ਮਾਲਾ ਤੁਹਾਡੇ ਕਰਮ ਦੇ ਬੰਧਨ ਨੂੰ ਤੋੜਨ ਦੀ ਸਮਰੱਥਾ ਨਹੀਂ ਰੱਖਦੀ। ਕੋਈ ਤੀਰਥ ਦਾ ਫਿਜ਼ੀਕਲੀ ਇਸ਼ਨਾਨ ਤੁਹਾਡੇ ਕਰਮਾਂ ਦੇ ਬੰਧਨ ਨੂੰ ਤੋੜਨ ਦੀ ਸਮਰੱਥਾ ਨਹੀਂ ਰੱਖਦਾ, ਔਰ ਨਾ ਹੀ ਤੁਹਾਨੂੰ ਮੁਕਤੀ ਦਾ ਮਾਰਗ ਦੇ ਸਕਦਾ। ਇਹ ਸਾਰੇ ਕਰਮ ਕਾਂਡ ਨਿਰਾਰਥਕ ਹਨ, ਕਿਉਂਕਿ ਇਹ ਕੇਵਲ ਦੇਹੀ ਦੇ ਪੱਧਰ ਉੱਤੇ ਕਰਕੇ ਮਨੁੱਖ ਇਹਨਾਂ ਦੇ ਵਿੱਚੋਂ ਬਹੁਤਾਤ ਵਾਰ ਹਉਮੈ ਦਾ ਸ਼ਿਕਾਰ ਹੁੰਦਾ। ਤੋ ਕਰਮਕਾਂਡੀ ਮਾਰਗ ਨੂੰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਧਰੇ ਵੀ ਮਾਨਤਾ, ਪ੍ਰਧਾਨਤਾ, ਮਹੱਤਤਾ ਨਹੀਂ ਦਿੱਤੀ। ਇਸ ਤੋਂ ਪਹਿਲਾਂ ਸ਼ਬਦ ਆਪਾਂ ਪੜ੍ਹੇ, ਵੇਦ ਪੁਰਾਣ ਸ਼ਾਸਤਰ ਅਨੰਤਾ ਗੀਤ ਕਬਿਤ ਨਾ ਗਾਵਾਂਗੋ। ਫਿਰ ਦੂਜੀ ਉਦਾਹਰਣ ਵਿੱਚ ਉਹਨਾਂ ਨੇ ਫਰਮਾਇਆ ਸੀ, ਇੜਾ ਪਿੰਗੁਲਾ ਔਰ ਸੁਖਮਨਾ ਪਉਨੈ ਬੰਦ ਰਹਾਉਂਗੋ। ਚੰਦ ਸੂਰਜ ਦੀ ਦੋਏ ਸਮ ਕਰ ਰਾਖੋਂ, ਬ੍ਰਹਮ ਜੋਤ ਮਿਲ ਜਾਉਂਗੋ। ਤੀਜੀ ਉਦਾਹਰਣ 'ਚ ਉਹਨਾਂ ਕਿਹਾ ਸੀ, ਤੀਰਥ ਦੇਖ ਨਾ ਜਲ ਮੈਂ ਪੈਸੋਂ, ਜੀ ਜੰਤ ਨਾ ਸਤਾਵਾਂਗੋ। ਚੌਥੀ ਉਦਾਹਰਣ ਵਿੱਚ ਉਹਨਾਂ ਕਿਹਾ ਸੀ, ਪੰਜ ਸਹਾਈ ਜਨ ਕੀ ਸ਼ੋਭਾ, ਭਲੋ ਭਲੋ ਨਾ ਕਹਾਵਾਂਗੋ। ਇਹਨਾਂ ਸਾਰੇ ਕਰਮਾਂ ਨੂੰ ਉਹਨਾਂ ਨਿਰਾਰਥਕ ਦੱਸਿਆ। ਇਹ ਸਾਨੂੰ ਇੱਕ ਸਰਕਲ ਵਿੱਚ ਪਾਉਂਦੇ ਨੇ, ਜਿਹੜੇ ਸਾਡੇ ਅੰਦਰ ਹਉਮੈ, ਸਵਾਰਥ, ਇਹ ਚੀਜ਼ਾਂ ਦੇ ਇੱਕ ਦਾਇਰੇ ਵਿੱਚ ਬੰਨ੍ਹ ਦਿੰਦੇ ਨੇ। ਤੋ ਇਸ ਵਾਸਤੇ ਭਗਤ ਜੀ ਫਰਮਾ ਰਹੇ ਨੇ, ਮਨੁੱਖ ਦੇ ਕਰਮ ਕੀ ਹਨ। ਪਹਿਲੀ ਤਾਂ ਗੱਲ, 3 ਕਿਸਮ ਦੇ ਕਰਮਾਂ ਦਾ ਜ਼ਿਕਰ ਜਿਹੜਾ ਹੈ ਉਹ ਭਾਰਤੀ ਗ੍ਰੰਥਾਂ ਵਿੱਚ ਵਿਦਵਾਨਾਂ ਨੇ ਕੀਤਾ। ਪਹਿਲਾ ਕਰਮ ਹੈ ਕਿਰਿਆਮਾਨ ਕਰਮ। ਇਸ ਦਾ ਮਤਲਬ ਹੁੰਦਾ ਹੈ ਜੋ ਅਸੀਂ ਹੁਣ ਕਰ ਰਹੇ ਹਾਂ ਤਤਕਾਲੀ ਤੌਰ ਤੇ, ਕੁਇਕਲੀ, ਜੋ ਹੁਣ ਅਸੀਂ ਵਰਤਮਾਨ ਵਿੱਚ ਕਰ ਰਹੇ ਹਾਂ, ਪ੍ਰੈਜ਼ੈਂਟ ਵਿੱਚ ਕਰ ਰਹੇ ਹਾਂ, ਉਹ ਕਿਰਿਆਮਾਨ ਕਰਮ ਨੇ। ਹੁਣ ਜ਼ਰਾ ਇਸ ਨੂੰ ਜੇ ਸਮਝੀਏ ਥੋੜ੍ਹਾ ਤਫਸੀਲ ਨਾਲ, ਤੇ ਕਿਰਿਆਮਾਨ ਕਰਮ ਵੀ ਕਿਸੇ ਸੋਚ ਕਰਕੇ ਹੀ ਹੁੰਦੇ ਨੇ। ਆਪਾਂ ਹੁਣ ਜੋ ਕਰਦੇ ਹਾਂ, ਇਹਦਾ ਮਤਲਬ ਸਾਡੀ ਕੋਈ ਧਾਰਨਾ, ਸਾਡੀ ਸੋਚ, ਸਾਡੇ ਅੰਦਰ ਕੋਈ ਖਿਆਲ ਹੈ ਤੇ ਉਹਦੇ ਬੱਝੇ ਕੰਮ ਕਰ ਰਹੇ ਹਾਂ ਨਾ। ਬਿਨਾਂ ਖਿਆਲ ਤੋਂ ਤਾਂ ਨਹੀਂ ਨਾ ਕਰ, ਖਿਆਲ ਆਉਂਦਾ ਮਨ ਵਿੱਚ ਤਾਂ ਅਸੀਂ ਕਰਮ ਕਰਦੇ ਹਾਂ। ਤੇ ਜਿਹੜਾ ਖਿਆਲ ਆਉਂਦਾ, ਇਹਦਾ ਮਤਲਬ ਤੁਹਾਡੇ ਅੰਦਰ ਕੋਈ ਵਿਚਾਰ ਚੱਲ ਰਿਹਾ ਹੈ, ਤੇ ਉਹ ਵਿਚਾਰ ਜਿਹੜਾ ਹੈ ਉਹਦੀ ਕਿਤੇ ਉਤਪਤੀ ਹੋ ਰਹੀ ਹੈ, ਕਿਸੇ ਭਾਵਨਾ ਚੋਂ, ਕਿਸੇ ਫੀਲਿੰਗ ਚੋਂ, ਜਾਂ ਕਿਸੇ ਤਰੀਕੇ ਨਾਲ ਉਹਦੀ ਵੀ ਕੋਈ ਬੈਕਗਰਾਉਂਡ ਹੋਏਗੀ। ਤੋ ਜਿਹੜਾ ਪ੍ਰੈਜ਼ੈਂਟ ਕਰਮ ਆ ਉਹਨੂੰ ਕਿਰਿਆਮਾਨ ਕਰਮ ਕਿਹਾ। ਦੂਜਾ ਹੈ ਪ੍ਰਾਰਬਧ ਕਰਮ, ਭਾਵ ਉਹ ਕੰਮ ਜਿਹੜੇ ਅਸੀਂ ਪਿਛਲੀ ਜੂਨ ਵਿੱਚ ਜਾਂ ਪਿਛਲੇ ਜਨਮ ਵਿੱਚ ਕਿਸੇ ਸਮੇਂ ਕਰਕੇ ਆਏ ਹਾਂ, ਜਿਨ੍ਹਾਂ ਦੀ ਬਦੌਲਤ ਤੇ ਵਜ੍ਹਾ ਨਾਲ ਸਾਨੂੰ ਇਹ ਹੁਣ ਦਾ ਮਨੁੱਖਾ ਜੀਵਨ ਪ੍ਰਾਪਤ ਹੋਇਆ, ਉਹਨੂੰ ਪ੍ਰਾਰਬਧ ਕਰਮ ਕਹਿੰਦੇ ਨੇ। ਇਹ ਹੋ ਗਿਆ 2 ਕਰਮ, 2 ਕਿਸਮ ਦੇ ਕਰਮ, ਵੀ ਜਿਸ ਨੂੰ ਕਿਹਾ ਗਿਆ ਵੀ ਪਿਛਲੇ ਕਿਸੇ ਜਗ੍ਹਾ ਦੇ ਉੱਤੇ ਅਸੀਂ ਜੋ ਕਰਮ ਕੀਤੇ, ਜਿਸ ਦੀ ਬਦੌਲਤ ਸਾਨੂੰ ਇਹ ਮਨੁੱਖਾ ਦੇਹੀ ਤੇ ਸਰੀਰ ਜਿਹੜਾ ਹੈ ਉਹ ਪ੍ਰਾਪਤ ਹੋਇਆ। ਤੀਜਾ ਕਰਮ ਉਹਨਾਂ ਨੇ ਮੰਨਿਆ ਹੈ ਸੰਚਿਤ ਕਰਮ। ਸੰਚਿਤ ਕਰਮ ਦਾ ਮਤਲਬ ਹੈ ਜੋ ਕਈ ਜਨਮਾਂ ਦੇ ਕੀਤੇ ਕਰਮ ਜਿਹੜੇ ਹਨ ਉਹ ਸਾਡੇ ਇਕੱਠੇ ਹੁੰਦੇ ਗਏ, ਜਮ੍ਹਾਂ ਹੁੰਦੇ ਗਏ, ਉਹ ਸੰਚਿਤ ਕਰਮ। ਇਹ ਹੁਣ ਉਹਨਾਂ ਦੀ ਐਕਸਪਲੇਨੇਸ਼ਨ, ਉਹਨਾਂ ਦੀ ਵਿਆਖਿਆ। ਸਤਿਗੁਰੂ ਦੀ ਬਾਣੀ ਨੇ ਮਨੁੱਖਾਂ ਦੇ ਹੀ ਇੱਕ ਉਦਾਹਰਣ ਵਜੋਂ ਗੁਰਬਾਣੀ ਦੇ ਵਿੱਚ ਕਿਤੇ ਐਸੇ ਪ੍ਰਮਾਣ ਹਜ਼ੂਰ ਨੇ ਵਰਤੇ ਨੇ, ਪਰ ਉੱਥੇ ਵੀ ਸਾਨੂੰ ਕੰਟੈਕਸਟ ਜਾਂ ਸੰਦਰਭ ਸਮਝਣ ਦੀ ਲੋੜ ਮਹਿਸੂਸ ਹੁੰਦੀ ਹੈ। ਸਤਿਗੁਰੂ ਨੇ ਮਨੁੱਖਾ ਦੇਹ ਨੂੰ ਤੇ ਦੁਰਲੱਭ ਆਖਿਆ ਹੈ, ਕੀਮਤੀ ਆਖਿਆ ਹੈ, ਤੇ ਇਸ ਨੂੰ ਪਰਮੇਸ਼ਰ ਦੀ ਬਖਸ਼ਿਸ਼ ਕਿਹਾ ਹੈ। ਉਹਦੀ ਰਹਿਮਤ ਨਾਲ ਸਾਨੂੰ ਇਹ ਜੀਵਨ ਹਾਸਲ ਹੋਇਆ ਹੈ, ਇਹ ਜ਼ਿੰਦਗੀ ਪ੍ਰਾਪਤ ਹੋਈ ਹੈ। ਵੈਸੇ ਵੀ ਬੜੀ ਅਹਿਮ ਇੱਕ ਗੱਲ ਹੈ, ਕੋਈ ਪਸ਼ੂ ਹੈ, ਕੋਈ ਪੰਛੀ ਹੈ, ਕੀੜਾ ਮਕੌੜਾ ਤੱਕ ਵੀ ਹੈ, ਜਦੋਂ ਉਹਨੂੰ ਵੀ ਕਿਤੇ ਖਤਰਾ ਮਹਿਸੂਸ ਹੁੰਦਾ ਹੈ ਨਾ, ਉਹ ਵੀ ਆਪਣੀ ਜਾਨ ਬਚਾਉਣ ਵਾਸਤੇ ਚਾਰਾਜੋਈ ਤੇ ਕੋਸ਼ਿਸ਼ ਕਰਦਾ ਹੈ। ਕਿ ਉਸ ਜੂਨ ਵਿੱਚ ਵਿਚਰਨ ਵਾਲੇ ਕਿਸੇ ਵੀ ਜੀਵ ਨੂੰ ਇਸ ਗੱਲ ਦਾ ਖਿਆਲ ਹੈ ਕਿ ਉਹ ਸਜ਼ਾ ਭੋਗ ਰਿਹਾ ਹੈ?
ਜੇ ਉਸ ਨੂੰ ਹੋਵੇ ਉਹ ਸਜ਼ਾ ਭੋਗ ਰਿਹਾ ਤੇ ਫਿਰ ਉਹਨੂੰ ਛੇਤੀ ਛੁੱਟਣ ਦਾ ਯਤਨ ਕਰਨਾ ਚਾਹੀਦਾ ਸੀ। ਹੁਣ ਬੰਦਾ ਜੇਲ੍ਹ ਵਿੱਚ ਹੋਵੇ, ਸਜ਼ਾ ਸਾਨੂੰ ਕੋਈ ਸਜ਼ਾ ਮਿਲ ਜਾਏ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਨਾ ਛੇਤੀ ਗੁਜ਼ਰ ਜਾਏ ਸਜ਼ਾ, ਤਾਂ ਕਿ ਮੈਂ ਸਜ਼ਾ ਤੋਂ ਮੁਕਤ ਹੋਵਾਂ। ਪਰ ਕੀੜਾ ਜਾਂ ਹੋਰ ਕੋਈ ਜਾਨਵਰ ਜਾਂ ਹੋਰ ਕੋਈ ਪਸ਼ੂ ਜਾਂ ਹੋਰ ਕੋਈ ਜੂਨੀ ਐਸਾ ਸੋਚਦੀ ਹੈ? ਅਕਾਲ ਪੁਰਖ ਪਰਮੇਸ਼ਰ ਨੇ ਸ੍ਰਿਸ਼ਟੀ ਦੇ ਅੰਦਰ ਹਰ ਇੱਕ ਚੀਜ਼ ਜਿਹੜੀ ਹੈ ਯੂਨੀਕ ਬਣਾਈ ਹੈ, ਆਪਣੇ ਆਪ ਵਿੱਚ ਪਰਫੈਕਟ ਹੈ। ਉਹ ਸਾਨੂੰ ਲੱਗਦਾ ਹੈ ਉਹ ਨੀਚ ਹੈ, ਉਹ ਚੀਜ਼ ਨੀਚ ਹੈ, ਉਹ ਜੂਨ ਭੋਗ ਰਹੀ ਹੈ, ਉਹ ਸਜ਼ਾ ਕੱਟ ਰਹੀ। ਨਹੀਂ, ਉਹ ਸਜ਼ਾ ਨਹੀਂ ਕੱਟ ਰਹੀ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰ। ਸਜ਼ਾ ਤੇ ਇਸ ਹਿਸਾਬ ਨਾਲ ਅਸੀਂ ਵੀ ਭੋਗਦੇ ਹਾਂ। ਫਿਰ ਬਹੁਤੇ ਤਾਂ ਇਹ ਵੀ ਮੰਨਦੇ ਨੇ ਕਿ ਇਸ ਦੇਹੀ ਦੇ ਖਤਮ ਹੋਣ ਨਾਲ ਸਾਡਾ 84 ਦਾ ਗੇੜ ਪੂਰਾ ਹੋ ਜਾ, ਜਾਂ ਕੁਝ ਇਹ ਮੰਨਦੇ ਨੇ ਅਸੀਂ ਮੁਕਤ ਹੋ ਜਾਵਾਂਗੇ, ਦੁਬਾਰਾ ਇਹ ਸਾਨੂੰ ਦੇਹੀ ਨਹੀਂ ਮਿਲੇਗੀ। ਅਸੀਂ ਇਸ ਪੰਕਤੀ ਦੇ ਅਰਥ ਵੀ ਬਹੁਤੀ ਵਾਰ ਇਹ ਕਰਦੇ ਨਾ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵ ਜਲ ਫੇਰਾ। ਹੁਣ ਆਪਾਂ ਜਿੰਨੇ ਬੈਠੇ, ਮੈਂ ਕਈ ਵਾਰ ਇਹ ਬਿਨਾਂ ਕੀਤੀ ਹੈ, ਆਪਾਂ ਸਾਰਿਆਂ ਨੂੰ ਇਹ ਚੋਇਸ ਦਿੱਤੀ ਜਾਵੇ, ਤੁਸੀਂ ਦੁਬਾਰਾ ਇਨਸਾਨ ਬਣ ਕੇ ਇਸ ਧਰਤੀ ਤੇ ਆਉਣਾ ਚਾਹੁੰਦੇ ਹੋ? ਆਪਣੇ ਚੋਂ ਕਿਹੜਾ ਜਿਹੜਾ ਮਨਾ ਕਰਨਾ ਚਾਹੁੰਦਾ? ਆਪਣੇ ਚੋਂ ਕੋਈ ਹੈ ਜਿਹੜਾ ਕਹਿੰਦਾ ਵੀ ਮੈਨੂੰ ਦੁਬਾਰਾ ਇਨਸਾਨੀ ਜਨਮ ਨਾ ਮਿਲੇ? ਜੇ ਅਸੀਂ ਚਾਹੁੰਦੇ ਹਾਂ ਵੀ ਦੁਬਾਰਾ ਇਨਸਾਨੀ ਜਨਮ ਨਾ ਮਿਲੇ ਤੇ ਹੁਣ ਅਸੀਂ ਲੰਮੀ ਉਮਰ ਦੀਆਂ ਅਰਦਾਸਾਂ ਕਿਉਂ ਕਰਦੇ ਹਾਂ? ਜੇ ਸਾਨੂੰ ਇਹ ਜਨਮ ਚੰਗਾ ਹੀ ਨਹੀਂ ਲੱਗਦਾ, ਜੇ ਮਨੁੱਖਾ ਜੂਨ ਚੰਗੀ ਹੀ ਨਹੀਂ ਹੈ, ਤਾਂ ਫਿਰ ਅਸੀਂ ਜੀ ਕਿਉਂ ਰਹੇ ਹਾਂ? ਫਿਰ ਅਸੀਂ ਲੰਮੀ ਉਮਰ ਦੀਆਂ ਅਰਦਾਸਾਂ ਕਿਉਂ ਕਰਦੇ ਹਾਂ? ਫਿਰ ਬਿਮਾਰੀ ਦੇ ਇਲਾਜ ਕਿਉਂ ਕਰਦੇ ਹਾਂ? ਫਿਰ ਮੁਸੀਬਤਾਂ ਤੋਂ ਬਚਣ ਲਈ ਅਸੀਂ ਕੋਸ਼ਿਸ਼ਾਂ ਕਿਉਂ ਕਰਦੇ ਰਹਿੰਦੇ ਹਾਂ ਨਿਰੰਤਰ? ਜੇ ਹੈ ਸਜ਼ਾ ਤੇ ਮੁੱਕਣ ਕਿਉਂ ਨਹੀਂ ਦਿੰਦੇ ਇਹਨੂੰ? ਸਜ਼ਾ ਤਾਂ ਜਿੰਨੀ ਛੇਤੀ ਪੂਰੀ ਹੋ ਜਾਏ ਓਨਾ ਹੀ ਚੰਗਾ ਹੈ। ਕੈਦੀ ਨੂੰ ਕੋਈ ਆਖੇ ਵੀ ਤੈਨੂੰ 7 ਸਾਲ ਮਿਲੀ ਸੀ, 2 ਸਾਲ ਲੈਸ ਹੋ ਗਈ, ਉਹ ਭੰਗੜਾ ਪਾਉਣ ਲੱਗ ਪਏਗਾ, ਨੱਚਣ ਲੱਗ ਪਏਗਾ, 2 ਸਾਲ ਘੱਟ ਗਏ ਮੇਰੇ। ਉਹਨੂੰ ਕੋਈ ਆ ਕੇ ਆਖੇ ਵੀ ਅਸੀਂ ਤੈਨੂੰ ਛੱਡਣ ਲੱਗੇ ਹਾਂ, ਉਹਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੇਗੀ। ਸਤਿਗੁਰੂ ਨੇ ਕਿਤੇ ਬਾਣੀ ਵਿੱਚ ਨਹੀਂ ਮੰਨਿਆ ਵੀ ਮਨੁੱਖਾ ਜਨਮ ਜੀਵਨ ਸਜ਼ਾ ਹੈ, ਉਹਨਾਂ ਇਹਨੂੰ ਬਖਸ਼ਿਸ਼ ਆਖਿਆ। ਤੋ ਹਰ ਇੱਕ ਜੂਨ ਨੂੰ ਆਪਣਾ ਜੀਵਨ, ਆਪਣੀ ਕਾਇਆ, ਆਪਣਾ ਇਨਵਾਇਰਮੈਂਟ ਉਸੇ ਤਰ੍ਹਾਂ ਹੀ ਪਿਆਰਾ ਹੈ ਜਿਸ ਤਰ੍ਹਾਂ ਮਨੁੱਖ ਨੂੰ ਪਿਆਰਾ। ਉਹ ਵੀ ਵਾਹਿਗੁਰੂ ਦੀ ਉਸੇ ਤਰ੍ਹਾਂ ਦੀ ਹੀ ਰਚਨਾ ਹੈ ਜਿਸ ਤਰ੍ਹਾਂ ਦਾ ਮਨੁੱਖ ਰਚਨਾ ਹੈ। ਇੱਕ ਤਵਾਜ਼ਨ ਉਹਨੇ ਬਣਾਇਆ ਹੋਇਆ, ਬੈਲੈਂਸ ਸਿਰਜਿਆ ਹੋਇਆ ਸਾਰੀ ਕੁਦਰਤ ਦਾ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਜਨਮ ਦਾ, ਜੀਵਨ ਦਾ ਤੇ ਮੌਤ ਦਾ, ਤਿੰਨੇ ਚੱਕਰ ਲਗਾਤਾਰ ਕੰਟੀਨਿਊ ਹੀ ਚੱਲੀ ਜਾ ਰਹੇ। ਵੇਖੋ, ਪਾਣੀ ਵਿੱਚ ਜੀਵ ਦਾ ਜਨਮ ਹੋ ਰਿਹਾ, ਧਰਤੀ ਤੇ ਜੀਵ ਦਾ ਜਨਮ ਹੋ ਰਿਹਾ, ਉਹ ਪਲ ਰਿਹਾ, ਉਹ ਆਪਣੇ ਤੋਂ ਛੋਟੇ ਜੀਵ ਨੂੰ ਖਤਮ ਕਰਦਾ ਹੈ ਤੇ ਉਹਦੇ ਨਾਲ ਹੀ ਖੁਰਾਕ ਲੈ ਕੇ ਉਹ ਜੀਂਦਾ ਹੈ। ਇਹ ਉਹਦਾ ਸਟਰਗਲ ਹੈ। ਤੇ ਜਿਹੜਾ ਪਹਿਲੋਂ ਪੈਦਾ ਹੋਇਆ ਉਹ ਮਰ ਰਿਹਾ। ਕੁਦਰਤ ਦਾ ਚੱਕਰ ਵੇਖੋ ਤੁਸੀਂ, ਤਿੰਨੇ ਚੀਜ਼ਾਂ ਕੰਟੀਨਿਊ ਚੱਲ ਰਹੀਆਂ ਨੇ, ਜਨਮ, ਜੀਵਨ, ਮੌਤ। ਫਿਰ ਇਸੇ ਤਰ੍ਹਾਂ ਹੀ ਇਹ ਸਰਕਲ ਚੱਲੀ ਜਾਂਦਾ। ਤੋ ਇੱਕ ਤਵਾਜ਼ਨ ਹੈ, ਇੱਕ ਬੈਲੈਂਸ ਹੈ ਕੁਦਰਤ ਦੀ ਰਚਨਾ ਦਾ। ਕੋਈ ਪਾਰਾਵਾਰ ਹੀ ਨਹੀਂ, ਪਰ ਜਿੰਨੀਆਂ ਕੁ ਬਾਤਾਂ ਸਾਨੂੰ ਸਮਝ ਆਉਂਦੀਆਂ ਨੇ, ਤੋ ਉਸ ਨੂੰ ਉਹਨਾਂ ਨੇ ਸੰਚਿਤ ਕਰਮ ਕਿਹਾ, ਇਕੱਠੇ ਹੋਏ ਕਰਮ। ਇੱਥੇ ਜਿਹੜੀ ਇਹ ਸ਼ਬਦ ਵਿੱਚ ਵਿਆਖਿਆ ਹੈ, ਉਹ ਉਹਨਾਂ ਲੋਕਾਂ ਦੀ ਵਿਆਖਿਆ ਦਾ ਜਵਾਬ ਹੈ ਜਿਹੜੇ ਕਹਿੰਦੇ ਸਨ ਪ੍ਰਾਰਬਧ ਕਰਮ ਦੇ ਰਾਹੀਂ ਸਾਨੂੰ ਮਨੁੱਖਾ ਜੂਨ ਜਾਂ ਜਨਮ ਮਿਲਿਆ, ਅਸੀਂ ਕੋਈ ਕਰਮ ਕਰਕੇ ਆਏ ਹਾਂ ਤੇ ਇਹ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਤੇ ਜੇ ਤੁਸੀਂ ਇਸ ਤੋਂ ਵੀ ਮੁਕਤ ਹੋਣਾ ਲੋਚਦੇ ਹੋ ਤਾਂ ਤੁਹਾਨੂੰ ਸ਼ਾਸਤਰਾਂ ਦੇ ਦੱਸੇ ਹੋਏ ਕੁਝ ਕਰਮ ਕਰਨੇ ਪੈਣਗੇ, ਤੁਸੀਂ ਛੁੱਟ ਜਾਓਗੇ, ਤੁਸੀਂ ਮੁਕਤ ਹੋ ਜਾਓ। ਭਗਤ ਜੀ ਉਹਦਾ ਉੱਤਰ ਦਿੰਦੇ ਹਨ ਵੀ ਕੋਈ ਕਰਮ ਕਾਂਡ ਮਨੁੱਖ ਦਾ ਸਹਾਇਕ ਨਹੀਂ, ਅਸਲ ਸਹਾਇਕ ਤਾਂ ਅਕਾਲ ਪੁਰਖ ਪਰਮੇਸ਼ਰ ਆਪ ਹੈ। ਉਹਦਾ ਨਾਮ ਹੈ, ਉਹਦੀ ਇਬਾਦਤ ਹੈ, ਉਹਦੇ ਗੁਣ ਹਨ, ਉਹਦਾ ਹੁਕਮ ਤੇ ਉਹਦੀ ਰਜ਼ਾ ਨੂੰ ਮੰਨਣਾ ਹੈ। ਹਾਲਾਂਕਿ ਬਾਣੀ ਵਿੱਚ ਅੱਗੇ ਜਾ ਕੇ ਆਏਗਾ, ਮੁਕਤੀ ਦਾ ਵੀ ਅਰਥ ਗੁਰਬਾਣੀ ਨੇ ਸਾਨੂੰ ਦੱਸਿਆ ਵੀ ਮੁਕਤ ਹੋਣ ਤੋਂ ਕੀ ਭਾਵ ਹੈ। ਦੇਹੀ ਛੁੱਟਣਾ ਮੁਕਤ ਹੋਣਾ ਨਹੀਂ ਹੈ, ਦੁੱਖ ਦੇ ਦਾਇਰੇ ਚੋਂ ਨਿਕਲ ਜਾਣਾ ਮੁਕਤੀ ਹੈ, ਮੁਸ਼ਕਲ ਵਿੱਚੋਂ ਬਾਹਰ ਆ ਜਾਣਾ ਮੁਕਤੀ ਹੈ।
ਇਸੇ ਤਰ੍ਹਾਂ ਜਿਵੇਂ ਤਨ ਰੋਗੀ ਹੋਵੇ ਤੇ ਆਪਾਂ ਉਸ ਰੋਗ ਤੋਂ ਮੁਕਤੀ ਚਾਹੁੰਦੇ। ਕੋਈ ਬੰਦਾ ਕਿੰਨਾ ਵੀ ਬਿਮਾਰ ਬੈੱਡ ਤੇ ਪਿਆ ਹੋਵੇ, ਉਹਦਾ ਆਖਰੀ ਸਾਹ ਤੱਕ ਇਹ ਇੱਛਾ ਹੁੰਦੀ ਹੈ ਕਿ ਮੈਂ ਠੀਕ ਹੋ ਜਾਵਾਂ। ਉਹ ਕਿਹੜੀ ਮੁਕਤੀ ਚਾਹੁੰਦਾ? ਬਿਮਾਰੀ ਤੋਂ ਮੁਕਤੀ, ਜਿਹੜੀ ਉਸ ਵੇਲੇ ਉਹਦੀ ਸਿਚੁਏਸ਼ਨ, ਉਹਦੇ ਤੋਂ ਮੁਕਤੀ ਚਾਹੁੰਦਾ ਹੈ। ਜਿਹੜਾ ਬੰਦਾ ਕੋਈ ਕਿਸੇ ਹੋਰ ਸਮਾਜਿਕ ਮੁਸ਼ਕਲ ਵਿੱਚ ਫਸਿਆ, ਉਹਦੇ ਤੋਂ ਨਿਜਾਤ ਮੁਕਤੀ ਚਾਹੁੰਦਾ ਹੈ। ਉਹ ਚਾਹੁੰਦਾ ਹੈ ਮੁਸ਼ਕਲ ਤੋਂ, ਦੁੱਖ ਤੋਂ, ਵਿਪਦਾ ਤੋਂ ਰਹਿਤ ਜੀਵਨ ਹੋਵੇ। ਉਹ ਜੀਵਨ ਜਿਸ ਵਿੱਚ ਕੋਈ ਕਠਿਨਾਈ ਨਹੀਂ ਹੈ, ਜਿਸ ਵਿੱਚ ਕੋਈ ਤਕਲੀਫ ਨਹੀਂ, ਜਿਹੜੇ ਮੇਰੇ ਜੀਵਨ ਨੂੰ ਦੁੱਭਰ ਜਾਂ ਮੁਸ਼ਕਲ ਵਿੱਚ ਫਸਾਉਂਦੀ ਹੋਵੇ। ਤਾਂ ਮੁਕਤੀ ਦਾ ਵੀ ਸੰਦਰਭ ਹੋਏਗਾ ਨਾ ਕੋਈ, ਕਿਸ ਭਾਵ ਵਿੱਚ ਹੈ ਮੁਕਤੀ ਦਾ ਕੋਈ ਅਰਥ। ਤਾਂ ਇਸ ਵਾਸਤੇ ਜੀਵਨ ਮੁਕਤੀ ਦੀ ਗੱਲ ਜਦੋਂ ਸਤਿਗੁਰੂ ਨੇ ਕੀਤੀ ਤੇ ਉਹਦਾ ਬੜਾ ਪਿਆਰਾ ਸੰਦਰਭ, ਉਹਦੀ ਬੜੀ ਪਿਆਰੀ ਵਿਆਖਿਆ ਉਸ ਸੰਦਰਭ ਵਿੱਚ ਹਜ਼ੂਰ ਨੇ ਕੀਤੀ ਹੈ। ਉਹ ਖੈਰ ਆਪਣਾ ਵਿਸ਼ਾ ਨਹੀਂ ਅੱਜ। ਤੋ ਇੱਥੇ ਆਖਦੇ ਹਨ ਕਰਮ ਕਾਂਡ ਜਾਂ ਹੋਰ ਕੋਈ ਯਤਨ, ਹੇ ਮੇਰੇ ਮਾਲਕ, ਤੇਰੇ ਨਾਮ ਤੇਰੇ ਗੁਣਾ ਤੋਂ ਬਿਨਾਂ ਮਨੁੱਖ ਦਾ ਸਹਾਇਕ ਨਹੀਂ ਹੈ। ਫਿਰ ਫਰਮਾਉਂਦੇ ਹਨ ਜੈਸੇ ਤਰਵਰ ਪੰਖ ਬਸੇਰਾ। ਮਨੁੱਖ ਦਾ ਇਸ ਸੰਸਾਰ ਵਿੱਚ ਵਾਸਾ ਬੜਾ ਲਿਮਟਿਡ ਟਾਈਮ ਦਾ ਹੈ। ਉਹਨਾਂ ਕਿ ਜਿਵੇਂ ਕੋਈ ਪੰਛੀ ਕਿਸੇ ਤਰਵਰ ਰੁੱਖ ਦੀ ਟਾਹਣੀ ਦੇ ਉੱਤੇ ਆ ਕੇ ਬੈਠਦਾ ਹੈ, ਉਹ ਉੱਥੇ ਬੈਠਦਾ ਹੈ ਤੇ ਉਹਦੀ ਛਾਂ ਮਾਣਦਾ ਹੈ, ਉਹਦਾ ਫਲ ਚੱਖਦਾ ਹੈ। ਉੱਥੇ ਇੱਕ ਟਾਹਣੀ ਤੋਂ ਦੂਜੀ ਟਾਹਣੀ ਤੇ ਅਠਖੇਲੀਆਂ ਮੌਜਾਂ ਤੇ ਖੇਡਾਂ ਕਰਦਾ ਹੈ ਤੇ ਬੜੇ ਥੋੜ੍ਹੇ ਜਿਹੇ ਵਕਤ ਵਿੱਚ ਉਹ ਉੱਥੋਂ ਫਿਰ ਉੱਡ ਜਾਂਦਾ ਹੈ। ਜਿਵੇਂ ਬਾਣੀ ਵਿੱਚ ਉਦਾਹਰਣ ਆਉਂਦੀ ਹੈ ਨਾ, ਅਸਤ ਉਦੋਤ ਭਇਆ, ਉੱਠ ਚੱਲੇ ਜਿਉਂ ਜਿਉਂ ਔਧ ਵਿਹਾਣੀ। ਪੰਛੀ ਸਾਰਾ ਦਿਨ ਉੱਡਦੇ ਨੇ, ਸਾਰਾ ਦਿਨ ਉੱਡਦੇ ਨੇ, ਇੱਧਰ ਉੱਧਰ ਖੁਰਾਕ ਲੱਭਦੇ, ਆਕਾਸ਼ ਵਿੱਚ ਉੱਡਦੇ, ਦੂਰ ਦਰਾਜ ਦੀ ਸੈਰ ਕਰਦੇ। ਜਿਉਂ ਹੀ ਸਾਂਝ ਹੁੰਦੀ ਹੈ, ਸ਼ਾਮ ਦਾ ਵਕਤ ਹੁੰਦਾ ਹੈ, ਉਹ ਆਪਣੇ ਰੁੱਖ ਦੇ ਉੱਤੇ ਆ ਕੇ ਬੈਠ ਜਾਂਦੇ ਜਿੱਥੇ ਉਹਨਾਂ ਨੇ ਆਲਣੇ ਬਣਾਏ। ਇਸੇ ਕਰਕੇ ਤੁਸੀਂ ਵੇਖੋ ਸ਼ਾਮ ਦੇ ਸਮੇਂ ਰੁੱਖ ਦੇ ਉੱਤੇ ਪੰਛੀਆਂ ਦੀਆਂ ਕਿੰਨੀਆਂ ਆਵਾਜ਼ਾਂ ਆਉਣ, ਕਿਉਂਕਿ ਉਹ ਇਕੱਠੇ ਹੋ ਗਏ। ਇਉਂ ਮਹਿਸੂਸ ਹੋਏਗਾ ਜਿਵੇਂ ਉਹ ਆਪਣੀ ਸਾਰੇ ਦਿਨ ਦਾ ਤਜਰਬਾ ਇੱਕ ਦੂਜੇ ਨਾਲ ਸਾਂਝਾ ਕਰਦੇ ਹੋਣ। ਫਿਰ ਉਹ ਰਾਤ ਕੱਟਦੇ ਨੇ, ਸਵੇਰ ਹੁੰਦੀ, ਉਦੋਤ ਦਾ ਮਤਲਬ ਹੁੰਦਾ ਉਦੈ ਹੋਣਾ, ਅਸਤ ਉਦੋਤ ਪਿਆ। ਸਵੇਰ ਹੁੰਦੇ ਹੀ ਉਹ ਪੰਛੀ ਫੇਰ ਉੱਡ ਜਾਂਦਾ। ਕਈ ਵਾਰ ਪੰਛੀ ਸਵੇਰੇ ਆ ਕੇ ਰੁੱਖ ਤੇ ਬੈਠਦਾ, ਸ਼ਾਮ ਨੂੰ ਉੱਡ, ਯਾਨੀ ਕਿ ਇੱਕ ਉਹਦਾ ਲਿਮਟਿਡ ਟਾਈਮ ਹੈ ਨਾ। ਤੋ ਭਗਤ ਜੀ ਕਹਿੰਦੇ ਸੰਸਾਰ ਰੂਪੀ ਦਰਖਤ ਉੱਤੇ ਅਸੀਂ ਸਾਰੇ ਜੀਵ ਪੰਛੀ ਵੱਤ ਬੜੇ ਥੋੜੇ ਜਿਹੇ ਲਿਮਟਿਡ ਜਿਹੇ ਸਮੇਂ ਲਈ ਇੱਥੇ ਮੌਜੂਦ ਹਾਂ। ਇਹ ਜੀਵਨ ਇੱਕ ਹੱਦ ਵਿੱਚ ਬੱਝੀ ਹੋਈ ਚੀਜ਼ ਹੈ, ਇਹਦੀ ਇੱਕ ਸੀਮਾ ਹੈ ਤੇ ਸਾਡਾ ਬਸੇਰਾ ਇਸ ਜਗ੍ਹਾ ਦੇ ਉੱਤੇ ਹੈ। ਇਹ ਇਸ ਲਈ ਕਹਿ ਰਹੇ ਨੇ ਭਗਤ ਜੀ ਵੀ ਇਸ ਚੀਜ਼ ਦੀ ਮਨੁੱਖ ਕਦਰ ਕਰੇ, ਇਹਦੀ ਕੀਮਤ ਸਮਝੇ ਤੇ ਇਹਦੀ ਕਦਰ ਕਰੇ। ਵੀ ਇਹ ਮਾਨਸਿਕ ਤੰਗੀਆਂ ਵਿੱਚ ਸਮਾਂ ਗੁਜ਼ਾਰਨ ਦਾ ਸਮਾਂ ਨਹੀਂ ਹੈ। ਇਹ ਮਾਨਸਿਕ ਪੀੜਾ ਦੇ ਵਿੱਚ ਹੀ ਵਕਤ ਗੁਜ਼ਾਰ ਦੇਣ ਦਾ ਸਾਧਨ ਨਹੀਂ ਹੈ ਸਰੀਰ। ਇਹ ਵਿਸ਼ੇ ਵਿਕਾਰਾਂ ਜਾਂ ਹੋਰ ਕਈ ਪ੍ਰਕਾਰ ਦੇ ਐਸੇ ਭਾਰ ਚੁੱਕ ਕੇ ਜੀਵਨ ਨੂੰ ਦੁੱਭਰ ਤੇ ਕਠਿਨਾਈ ਵਿੱਚ ਪਾਉਣਾ, ਇਸ ਜੀਵਨ ਨਾਲ ਸਰਾਸਰ ਬੇਇਨਸਾਫੀ ਹੈ। ਜ਼ੁਲਮੋ ਸਿਤਮ, ਪਾਪ, ਅਤਿਆਚਾਰ, ਲੁੱਟਾਂ ਖੋਹਾਂ, ਇਹ ਸਾਰਾ ਕੁਝ ਮਨੁੱਖ ਨੂੰ, ਖੁਦ ਨੂੰ ਤੇ ਸੰਸਾਰ ਦੇ, ਸਮਾਜ ਦੇ ਇਨਵਾਇਰਮੈਂਟ ਨੂੰ ਇਫੈਕਟਡ ਕਰਦੀਆਂ ਨੇ ਬਹੁਤ ਬੁਰੀ ਤਰ੍ਹਾਂ। ਇਹਨਾਂ ਤੋਂ ਮੁਕਤ ਹੋ ਕੇ ਹੀ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ। ਤੋ ਆਰੰਭ ਦੇ ਵਾਕ ਵਿੱਚ ਫਰਮਾਉਂਦੇ ਨੇ, ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ। ਕਹਿੰਦੇ ਜਦੋਂ ਸਾਨੂੰ ਜਨਮ ਦੇਣ ਵਾਲੀ ਮਾਂ ਵੀ ਮੌਜੂਦ ਨਹੀਂ, ਪਿਤਾ ਵੀ ਮੌਜੂਦ ਨਹੀਂ, ਜਦੋਂ ਸਾਡਾ ਖੁਦ ਦਾ ਵੀ ਸਰੀਰ ਮੌਜੂਦ ਨਹੀਂ, ਇਹਦਾ ਮਤਲਬ ਉਦੋਂ ਕਰਮ ਵੀ ਮੌਜੂਦ ਨਹੀਂ। ਜਦੋਂ ਸਾਨੂੰ ਜਨਮ ਦੇਣ ਵਾਲੇ ਵੀ ਇਸ ਧਰਤੀ ਤੇ ਨਹੀਂ ਹਨ, ਜਿਨ੍ਹਾਂ ਰਾਹੀਂ ਅਸੀਂ ਇਸ ਧਰਤੀ ਤੇ ਜਨਮ ਲਿਆ, ਨਾ ਸਾਡੀ ਕਾਇਆ ਨਾ ਸਾਡਾ ਸਰੀਰ ਹੈ, ਇਹਦਾ ਮਤਲਬ ਹੈ ਕਰਮ ਵੀ ਨਹੀਂ ਹੋਏਗਾ। ਜੋ ਅਸੀਂ ਕਰਨਾ ਹੈ, ਹੁਣ ਅਸੀਂ ਜੋ ਕਰ ਰਹੇ ਹਾਂ ਇਹ ਤਾਂ ਹੀ ਕਰ ਰਹੇ ਨਾ, ਸਰੀਰ ਹੈ ਸਾਡਾ, ਤੇ ਸਰੀਰ ਤਾਂ ਵੀ ਸਾਨੂੰ ਕਿਸੇ ਜੰਮਿਆ ਪੈਦਾ ਕੀਤਾ ਹੈ। ਜਦੋਂ ਜਨਮ ਦੇਣ ਵਾਲੇ ਨਹੀਂ, ਸਾਡਾ ਸਰੀਰ ਨਹੀਂ, ਤੇ ਸਾਡਾ ਕਰਮ ਵੀ ਨਹੀਂ। ਫਿਰ ਕਹਿੰਦੇ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਕਵਨ ਕਹਾਂ ਤੇ ਆਇਆ। ਇਹ ਭਾਈ ਜਦੋਂ
ਅਸੀਂ ਜਾਂ ਤੁਸੀਂ ਸੀ ਹੀ ਨਹੀਂ। ਜਦੋਂ ਇਹ ਸਾਰਾ ਕੁਝ ਸੀ ਨਹੀਂ ਧਰਤੀ ਤੇ, ਜਦੋਂ ਜੀ ਮਾਤਰ ਪੈਦਾ ਹੀ ਨਹੀਂ ਸੀ ਹੋਇਆ, ਕੌਣ ਕਿੱਥੋਂ ਆਇਆ? ਕੌਣ ਕਿਸ ਕਰਮ ਦਾ ਵਜ੍ਹਾ ਇਸ ਧਰਤੀ ਤੇ ਆਇਆ? ਜਦੋਂ ਨਾ ਮਾਂ, ਨਾ ਪਿਓ, ਨਾ ਭੈਣ ਭਾਈ, ਨਾ ਦੋਸਤ ਮਿੱਤਰ, ਨਾ ਸੰਸਾਰ ਦੇ ਵਿੱਚ ਕੋਈ ਮਨੁੱਖ, ਨਾ ਪ੍ਰਾਣੀ ਮਾਤਰ, ਉਹ ਜਿਹੜੇ ਜਦੋਂ ਜੀਵ ਪੈਦਾ ਹੋਏ, ਉਹ ਕਿਹੜੇ ਕਰਮ ਦੇ ਵਜ੍ਹੇ ਪੈਦਾ ਹੋ ਗਏ ਸਨ ਧਰਤੀ ਤੇ? ਚਲੋ ਆਪਾਂ ਤਾਂ ਕਹਿ ਸਕਦੇ ਪੁਰਾਣੇ ਜਨਮ 'ਚ ਇਵੇਂ ਹੋਇਆ, ਉਦੋਂ ਪੁਰਾਣੇ ਜਨਮ। ਵੈਸੇ ਤੁਸੀਂ ਪਾਪੂਲੇਸ਼ਨ ਦੀ ਰੇਸ਼ੋ ਪੜ੍ਹੋ ਨਾ, ਪਾਪੂਲੇਸ਼ਨ ਦੀ ਰੇਸ਼ੋ ਜਿਹੜੀ ਹੈ, ਧਰਤੀ ਦੇ ਕਿਸੇ ਹਿੱਸੇ ਵਿੱਚ ਪਾਪੂਲੇਸ਼ਨ ਕੰਟਰੋਲਡ ਹੈ ਤੇ ਕਿਸੇ ਜਗ੍ਹਾ ਤੇ ਨਹੀਂ ਹੈ। ਹੁਣ ਉੱਥੇ ਕੀ ਕਰਮ ਦਾ ਹਿਸਾਬ ਮਿਥਿਆ ਜਾਏ ਵੀ ਉਸ ਧਰਤੀ ਤੇ ਹੀ ਸਾਰੇ ਲੋਕ ਸਜ਼ਾ ਭੋਗਣ ਕਿਉਂ ਤੁਰੇ ਆਉਂਦੇ, ਦੂਜੇ ਖਿੱਤੇ 'ਚ ਹੀ ਕਿਉਂ ਨਹੀਂ ਆ ਜਾਂਦੇ? ਉਹ ਜਿਹੜੀ ਸਾਰੀ ਦੀ ਸਾਰੀ ਪ੍ਰਕਿਰਿਆ ਹੈ। ਫਿਰ ਅੱਗੇ ਕਹਿੰਦੇ ਹਨ, ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਿਲਾਇਆ। ਜਦੋਂ ਨਾ ਚੰਦਰਮਾ ਸੀ, ਨਾ ਸੂਰਜ ਸੀ, ਨਾ ਪਾਣੀ ਸੀ, ਨਾ ਹਵਾ ਸੀ, ਭਾਵੇਂ ਤਾਤੀ ਨਹੀਂ ਸੀ ਕੁਦਰਤ ਦੇ, ਜਿਸ ਨੂੰ ਗੁਰੂ ਸਾਹਿਬ ਨੇ ਬਾਣੀ ਜੀ ਕਿਹਾ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਜਦੋਂ ਨਾ ਸੂਰਜ ਹੈ, ਨਾ ਚੰਦਰਮਾ ਹੈ, ਨਾ ਧਰਤੀ ਹੈ, ਨਾ ਟਾਈਮ ਹੈ, ਨਾ ਸਮਾਂ ਹੈ, ਕੁਝ ਵੀ ਚੀਜ਼ ਇਹ ਜੋ ਹੁਣ ਸਮੁੱਚਾ, ਜਦੋਂ ਇਹ ਮੰਨ ਲਓ ਸੀ ਹੀ ਨਹੀਂ। ਚੰਦ ਨਾ ਹੋਤਾ, ਸੂਰ ਨਾ ਹੋਤਾ, ਪਾਣੀ ਪਵਨ ਮਿਲਾਇਆ। ਜਦੋਂ ਉਹਦੇ ਵਿੱਚ ਹੀ, ਜਾਨੀ ਕਿ ਅਫੋਰ ਅਵਸਥਾ ਜਿਹਨੂੰ ਕਹਿੰਦੇ ਨਾ, ਜਦੋਂ ਅਜੇ ਤੱਕ ਇਹ ਸਾਰਾ ਕੁਝ ਰਿਲੀਜ਼ ਹੀ ਨਹੀਂ ਸੀ, ਜਦੋਂ ਇਹ ਸਾਰਾ ਕੁਝ ਇਸ ਤਰ੍ਹਾਂ ਕੰਟੀਨਿਊ ਚੱਲਿਆ ਹੀ ਨਹੀਂ ਸੀ, ਤਾਂ ਫਰਮਾਉਂਦੇ ਹਨ, ਸ਼ਾਸਤ ਨਾ ਹੋਤਾ ਵੇਦ ਨਾ ਹੋਤਾ, ਕਰਮ ਕਹਾਂ ਤੇ ਆਇਆ। ਜਦੋਂ ਨਾ ਸ਼ਾਸਤਰ ਦੀ ਹੋਂਦ ਸੀ ਇਸ ਧਰਤੀ ਤੇ, ਕਿਸੇ ਸ਼ਾਸਤਰ ਨਹੀਂ ਸੀ ਲਿਖੇ, ਵੇਦ ਨਹੀਂ ਸੀ ਲਿਖੇ, ਕੋਈ ਧਰਮ ਗ੍ਰੰਥ ਨਹੀਂ ਸੀ ਲਿਖਿਆ, ਫਿਰ ਕਰਮ ਕਿੱਥੋਂ ਪੈਦਾ ਹੋ ਗਿਆ? ਉਦੋਂ ਕਰਮ ਕਾਂਡ, ਕਿਹੜੇ ਕਰਮ ਕਾਂਡ ਇਹ ਕੁਦਰਤ, ਕਿਹੜੇ ਕਰਮ ਕਾਂਡ ਚੋਂ ਸ੍ਰਿਸ਼ਟੀ ਹੋਣ ਚਾਹੀ? ਤੇ ਉਹ ਕਿਹੜਾ ਪ੍ਰਾਰਬਧ ਕਰਮ ਹੈ ਜਿਸ ਵਿੱਚੋਂ ਪਹਾੜ ਬਣ ਗਿਆ? ਉਹ ਕਿਹੜਾ ਪ੍ਰਾਰਬਧ ਕਰਮ ਹੈ ਜਿਸ ਵਿੱਚੋਂ ਰੁੱਖ ਬਣ ਗਿਆ? ਕਿਉਂਕਿ ਇਹਨਾਂ ਨੂੰ ਵੀ ਜੂਨ ਮੰਨਿਆ ਨਾ। ਉਹ ਕਿਹੜਾ ਪ੍ਰਾਰਬਧ ਕਰਮ ਹੈ ਜਿਸ ਵਿੱਚੋਂ ਪਹਿਲਾ ਜੀਵ ਇਸ ਧਰਤੀ ਤੇ ਪੈਦਾ ਹੋ ਗਿਆ ਤੇ ਅੱਗੇ ਜੀਵ ਦੀਆਂ ਪ੍ਰਜਾਤੀਆਂ ਉਪਜ ਪਈਆਂ? ਉਹਨਾਂ ਕਿਹੜਾ ਕਰਮ ਕੀਤਾ ਜਦੋਂ ਕੁਝ ਹੈ ਹੀ ਨਹੀਂ ਸੀ ਧਰਤੀ ਤੇ? ਜਦੋਂ ਇਹ ਬ੍ਰਹਿਮੰਡ ਹੋਂਦ 'ਚ ਹੀ ਨਹੀਂ ਸੀ ਆਇਆ, ਤੇ ਉਹਨਾਂ ਨੇ ਕਿਹੜਾ ਕਰਮ ਕੀਤਾ ਜਿਸ ਕਰਕੇ ਉਹਨਾਂ ਨੂੰ ਇਹ ਜੂਨ ਨਸੀਬ ਹੋਈ, ਜਦੋਂ ਉਹਨਾਂ ਨੂੰ ਇਹ ਸਟਰਕਚਰ, ਇਹ ਢਾਂਚਾ ਤੇ ਜੀਵਨ, ਇਹ ਲਾਈਫ ਮਿਲ ਗਈ? ਅਸੀਂ ਤੇ ਅੱਜ ਕਹਿ ਸਕਦੇ ਹਾਂ। ਤਾਂ ਅੱਗੇ ਫਰਮਾਉਂਦੇ ਹਨ, ਖੇਚਰ ਭੂਚਰ ਤੁਲਸੀ ਮਾਲਾ, ਗੁਰ ਪ੍ਰਸਾਦੀ ਪਾਇਆ। ਭਗਤ ਜੀ ਕਹਿੰਦੇ ਨੇ, ਭਾਈ ਮੈਂ ਇਸ ਪ੍ਰਾਰਬਧ ਕਰਮ ਦੀ ਉਤਪਤੀ ਵਿੱਚ ਭਰੋਸੇਮੰਦ ਨਹੀਂ ਹਾਂ, ਤੇ ਨਾ ਹੀ ਇਸ ਤੋਂ ਛੁੱਟਣ ਵਾਸਤੇ ਕੋਈ ਕਰਮਕਾਂਡੀ ਮਾਰਗ ਅਖਤਿਆਰ ਕਰਦਾ। ਖੇਚਰ ਦਾ ਮਤਲਬ ਹੁੰਦਾ ਹੈ, ਖੇ ਆਕਾਸ਼ ਨੂੰ ਕਹਿੰਦੇ ਨੇ, ਚੜ੍ਹਨਾ, ਆਪਣੇ ਪ੍ਰਾਣ ਤਾਂ ਚੜਾਉਣੇ। ਜਿਵੇਂ ਇੱਕ ਨਾਸਕਾ ਰਾਹੀਂ ਖਿੱਚ ਰਹਿੰਦਾ, ਜਿਵੇਂ ਆਪਾਂ ਕੱਲ ਵਿਚਾਰ ਕੀਤੀ ਸੀ, ਇੜਾ ਪਿੰਗਲਾ ਸੁਖਮਨਾ, ਯੋਗ ਮਤ ਦੇ ਪ੍ਰਾਣਾਯਾਮ ਦਾ ਇੱਕ ਸਾਧਨ ਮਾਤਰ ਹਿੱਸਾ। ਭੂਚਰ ਦਾ ਮਤਲਬ ਭੂ, ਧਰਤੀ ਨੂੰ ਕਹਿੰਦੇ ਨੇ, ਭੂਮੀ ਨੂੰ ਉਤਾਰਨਾ, ਸਾਹ ਖਿੱਚਣਾ ਤੇ ਸਾਹ ਉਤਾਰਨਾ, ਜੋ ਪ੍ਰਾਣਾਯਾਮ ਦੀ ਸਾਧਨਾ ਦਾ ਇੱਕ ਹਿੱਸਾ ਹੈ। ਤੁਲਸੀ ਮਾਲਾ, ਤੁਲਸੀ ਦੀ ਰੁਦਰਾਕ ਦੀ ਮਾਲਾ ਗਲ 'ਚ ਪਹਿਨ ਕੇ ਤੇ ਉਸ ਨੂੰ ਜਪਣਾ, ਉਸ ਰਾਹੀਂ ਉਹਨੂੰ ਕਿਹਾ ਜਾਂਦਾ ਹੈ ਕਿ ਬੰਦੇ ਦੇ ਕਰਮ ਮਿਟਾ ਕਹਿੰਦੇ ਨੇ। ਸਾਰੇ ਕਰਮ ਜਿਹੜੇ ਨੇ, ਪ੍ਰਾਣਾਯਾਮ, ਮਾਲਾ ਪਹਿਨਣ, ਹੋਰ ਜਿਤਨੇ ਵੀ ਕਰਮਕਾਂਡੀ ਸਾਧਨ ਨੇ, ਪਿਛਲਾ ਸ਼ਬਦ ਵੀ ਜੇ ਨਾਲ ਪੜ੍ਹੀਏ ਤਾਂ ਸਥਿਤੀ ਹੋਰ ਸਪਸ਼ਟ ਹੋ ਜਾਂਦੀ। ਗੁਰ ਪ੍ਰਸਾਦੀ ਪਾਇਆ, ਕਹਿੰਦੇ ਨੇ ਮੈਂ ਗੁਰੂ ਦੇ ਪ੍ਰਸਾਦ ਨਾਲ ਹੀ ਇਹਨਾਂ ਦਾ ਅਸਤਿਤਵ, ਇਹਨਾਂ ਦੀ ਸਮਝ ਪ੍ਰਾਪਤ ਕਰ ਲਈ ਹੈ, ਅਸਲ ਸੱਚ ਪ੍ਰਾਪਤ ਕਰ ਲਿਆ ਹੈ। ਮੇਰੇ ਲਈ ਇਹ ਖੇਚਰ ਭੂਚਰ ਜਾਂ ਤੁਲਸੀ ਮਾਲਾ ਆਦਿਕ ਸਾਧਨ ਕੋਈ ਮਾਇਨੇ ਨਹੀਂ ਰੱਖਦੇ ਹਨ। ਅਖੀਰਲੀ ਪੰਕਤੀ 'ਚ ਕਹਿੰਦੇ ਨੇ, ਨਾਮਾ ਪ੍ਰਣਵੈ, ਨਾਮਦੇਵ ਆਖਦੇ ਹਨ। ਨਾਮਦੇਵ ਆਖਦਾ ਹੈ, ਖੁਦ ਨੂੰ ਆਖ, ਪਰਮ ਤੱਤ ਹੈ, ਪਰਮ ਮਤਲਬ ਉੱਚਾ, ਸ਼੍ਰੋਮਣੀ, ਸ੍ਰੇਸ਼ਟ, ਤੱਤ, ਮੂਲ, ਜੋ ਸਭ ਤੋਂ ਸਰਵੋਤਮ ਹੈ, ਸਭ ਤੋਂ ਉੱਚਾ ਹੈ, ਔਰ ਸਾਰੀ ਸ੍ਰਿਸ਼ਟੀ ਦਾ ਜੋ ਮੂਲ ਹੈ, ਜਿਸ ਵਿੱਚੋਂ ਹੀ ਸਾਰੀ ਚੀਜ਼ ਦੀ ਉਤਪਤੀ ਹੋ ਰਹੀ ਹੈ। ਸਤਿਗੁਰ ਹੋਏ ਲਖਾਇਆ, ਸੱਚੇ ਗੁਰੂ ਦੇ ਰਾਹੀਂ ਹੀ
ਸਤਿਗੁਰ ਹੋਏ ਦਾ ਇੱਕ ਭਾਵ ਇਹ ਵੀ ਕਰਦੇ ਨੇ ਵਿਚਾਰਵਾਨ, ਸਤਿਗੁਰੂ ਦਾ ਹੋ ਜਾਏ, ਜਾਂ ਦੂਜਾ ਇਹ ਕਰਦੇ ਹਨ ਸਤਿਗੁਰ ਹੋਏ। ਜੇ ਤੁਹਾਨੂੰ ਦਿਸ਼ਾ ਨਿਰਦੇਸ਼ ਸਤਿਗੁਰੂ ਦੇ ਰਾਹੀਂ ਜੋ ਪ੍ਰਾਪਤ ਹੁੰਦਾ ਹੈ, ਲਿਖਾਇਆ ਮਤਲਬ ਤੁਹਾਨੂੰ ਉਹ ਲੱਖ ਲੈਂਦੇ ਹੋ, ਤੁਸੀਂ ਜਾਣ ਲੈਂਦੇ ਹੋ, ਤੁਸੀਂ ਉਸ ਨੂੰ ਸਮਝ ਲੈਂਦੇ ਹੋ, ਉਸ ਦੀ ਸਵੈ ਸੋਝੀ ਤੁਹਾਨੂੰ ਨਿਜ ਸਰੂਪ ਵਿੱਚੋਂ ਹੋ ਜਾਂਦੀ ਹੈ, ਜੋ ਪਰਮ ਤੱਤ ਹੈ, ਜੋ ਉੱਚਾ ਹੈ, ਸ੍ਰੇਸ਼ਟ ਹੈ ਅਤੇ ਸਭ ਦਾ ਮੂਲ ਹੈ। ਫਿਰ ਤੁਹਾਨੂੰ ਪ੍ਰਾਰਬਧ ਦੇ ਕਰਮ ਵਿੱਚ ਉਲਝਣ ਦੀ ਲੋੜ ਨਹੀਂ ਪੈਂਦੀ, ਫਿਰ ਤੁਹਾਨੂੰ ਉਹਦੇ ਅਕੋਰਡਿੰਗ ਕੋਈ ਕਰਮਕਾਂਡੀ ਮਾਰਗ ਉੱਤੇ ਤੁਰਨ ਦੀ ਲੋੜ ਨਹੀਂ ਪੈਂਦੀ। ਤੁਸੀਂ ਸਮਝਦੇ ਹੋ ਜੋ ਹੈ ਉਹਦੀ ਕਿਰਪਾ, ਉਹਦੇ ਹੁਕਮ ਚੋਂ, ਉਹਦੀ ਬਖਸ਼ਿਸ਼ ਵਿੱਚੋਂ ਉਤਪਤ ਹੋ ਰਿਹਾ ਹੈ, ਤੇ ਉਸ ਦਾ ਆਨੰਦ ਵੀ ਉਹਦੀ ਬਖਸ਼ਿਸ਼ ਨੂੰ ਮਾਣਦਿਆਂ ਹੋਇਆਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਤੇ ਛੁੱਟਣਾ, ਜੋ ਮੁਕਤ ਹੋਣਾ ਹੈ, ਉਹ ਉਹਨਾਂ ਜੀ ਕਾ ਬੰਧਨ ਕਰਮ ਵਿਆਪੇ, ਉਹਨਾਂ ਬੰਧਨਾਂ ਤੋਂ ਹੈ ਜਿਹੜੇ ਬੰਧਨ ਸਾਡੇ ਜੀਵਨ ਨੂੰ, ਸਾਡੀ ਸੁਰਤ ਨੂੰ, ਸਾਡੇ ਅੰਤਰ ਆਤਮੇ ਨੂੰ ਵਿਸ਼ੇ ਵਿਕਾਰਾਂ ਦੇ ਵਿੱਚ ਬੰਨ੍ਹ ਦਿੰਦੇ ਹਨ। ਮੰਦੇ ਸੰਸਕਾਰਾਂ ਤੋਂ ਛੁੱਟਣਾ ਹੀ ਮੁਕਤੀ ਹੈ। ਪਾਤਸ਼ਾਹ ਮਿਹਰ ਕਰਨ ਸ਼ਬਦ ਦਾ ਉਪਦੇਸ਼ ਸਾਡੇ ਸਭਰਾਂ ਦੇ ਮਨ ਹਿਰਦਿਆਂ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।